सत श्री अकाल, स्वागत है एक बार फिर तो ਤੁਹਾਡਾ ਏਜੰਡਾ ਪੰਜਾਬ ਦੇ ਵਿੱਚ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਸ ਸੈਗਮੈਂਟ ਦੇ ਵਿੱਚ ਅਸੀਂ ਗੱਲ ਕਰਾਂਗੇ ਉਸ ਵਰਗ ਦੀ ਜੋ ਇਸ ਵਾਰ ਖੂਬ ਚਰਚਾ ਦੇ ਵਿੱਚ ਹੈ, ਜਾਂ ਕਹੀਏ ਕਿ ਹਰ ਸਿਆਸੀ ਪਾਰਟੀ ਉਸ ਵਰਗ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਐਸੀ ਭਾਈਚਾਰੇ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਸਾਡੇ ਨਾਲ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਜੀ ਜੁੜ ਰਹੇ ਨੇ। ਗੜੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਇਸ ਮੰਚ ਦੇ ਉੱਤੇ। ਤੇ ਸਾਡੇ ਸਹਿਯੋਗੀ ਵਿਜੇਪਾਲ ਬਰਾੜ ਵੀ ਮੇਰੇ ਸੀਨੀਅਰ ਸਹਿਯੋਗੀ ਸਾਡੇ ਨਾਲ ਨੇ। ਮੈਂ ਸ਼ੁਰੂਆਤ ਕਰਦਾ ਇੱਥੋਂ ਹੀ। ਇਸ ਵਾਰ ਸਮੀਕਰਨ ਬੀਐਸਪੀ ਦੇ ਲਈ ਤਾਂ ਬਹੁਤ ਬਦਲੇ ਹੋਏ ਨਜ਼ਰ ਆ ਰਹੇ ਨੇ। ਪਹਿਲਾ ਸਵਾਲ ਇੱਥੋਂ ਹੀ, ਕਿਉਂਕਿ ਅਕਾਲੀ ਦਲ ਦੇ ਨਾਲ ਗੱਠਜੋੜ ਹੋਇਆ ਤੇ ਉਸ ਤੋਂ ਬਾਅਦ ਸਮੀਕਰਨ ਬਦਲੇ ਨਜ਼ਰ ਆ ਰਹੇ। ਤੁਹਾਡੀ ਮੁਸਕਾਨ ਵੀ ਦੱਸ ਰਹੀ ਹੈ ਕਿ ਕੁਝ ਵੱਖਰਾ ਹੈ ਇਸ ਵਾਰ। ਹਾਂ ਸ਼ੁਕਲਾ ਜੀ, ਮੈਂ ਜਿਹੜੀ ਤੁਸੀਂ ਭੂਮਿਕਾ ਬੰਨੀ ਆ ਉਸ ਭੂਮਿਕਾ ਤੋਂ ਹੀ ਮੈਂ ਬੜਾ ਆਨੰਦਿਤ ਮਹਿਸੂਸ ਕਰ ਰਿਹਾ ਕਿ ਜਿਹਨੂੰ ਹਜ਼ਾਰਾਂ ਸਾਲਾਂ ਤੋਂ ਦਬਾ ਕੇ ਰੱਖਿਆ ਗਿਆ, ਪਛਾੜ ਕੇ ਰੱਖਿਆ ਗਿਆ, ਜਿਨ੍ਹਾਂ ਦੀ ਮੁਕਤੀ ਦੇ ਲਈ ਕਦੇ ਤਥਾਗਤ ਗੌਤਮ ਬੁੱਧ ਆਏ, ਕਦੇ ਸਿੱਖ ਗੁਰੂ ਆਏ, ਕਦੇ ਫੂਲੇ ਸ਼ਾਹੂ ਅੰਬੇਡਕਰ ਆਏ, ਕਦੇ ਮਾਨੇਵਰ ਸਾਹਿਬ ਕਾਸ਼ੀ ਰਾਮ ਜੀ, ਅੱਜ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ 'ਚ ਇਹ ਅੰਦੋਲਨ ਚੱਲ ਰਿਹਾ ਕਿ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਕੁਝ ਨਹੀਂ ਮਿਲਿਆ ਉਹ ਸੱਤਾ ਦੇ ਭਾਗੀਦਾਰ ਬਣ, ਲੜਨ ਔਰ ਜਿੱਤਣ। ਖੁਸ਼ੀ ਦੀ ਗੱਲ ਹੈ ਕਿ ਇਸ ਵਾਰੀ ਪੰਜਾਬ ਦਾ ਜਿਹੜਾ ਮਾਹੌਲ ਹੈ ਬਹੁਜਨ ਸਮਾਜ ਪਾਰਟੀ ਲਈ, ਇਹ ਭੈਣ ਕੁਮਾਰੀ ਮਾਇਆਵਤੀ ਜੀ ਦਾ ਜਿਹੜਾ ਗੱਠਜੋੜ ਹੋਇਆ ਸ਼੍ਰੋਮਣੀ ਅਕਾਲੀ ਦਲ ਨਾਲ, ਉਹ ਮਾਹੌਲ ਬਣਿਆ ਕਿ ਇਸ ਵਾਰ ਬਸਪਾ ਜਿੱਤੇਗੀ ਪੰਜਾਬ 'ਚ। ਬਸਪਾ ਜਿੱਤੇਗੀ ਅਕਾਲੀ ਦਲ ਦੀ ਵਜ੍ਹਾ ਨਾਲ ਤੁਹਾਨੂੰ ਲੱਗ ਰਿਹਾ ਕਿ ਗੱਠਜੋੜ ਹੋ ਗਿਆ ਇਸ ਕਰਕੇ? ਨਹੀਂ, ਇਹ ਕਿਉਂਕਿ ਪਿਛਲਾ ਲੰਬਾ 20 ਸਾਲ ਦਾ ਮੈਂ ਦੇਖਾਂ ਤਾਂ ਬੀਐਸਪੀ ਦੀਆਂ ਸੀਟਾਂ ਇੱਕ ਟਾਈਮ ਆਈਆਂ, ਉਸ ਤੋਂ ਬਾਅਦ ਨਹੀਂ ਆਈਆਂ, ਵੋਟ ਬੈਂਕ ਥੋੜਾ ਜਿਹਾ ਰਿਹਾ, ਫਿਰ ਉਹ ਵੀ ਕਿਰਦਾ ਰਿਹਾ। ਤੇ ਇਸ ਵਾਰ ਕੀ ਅਕਾਲੀ ਦਲ ਦਾ ਸਾਥ ਇਸ ਕਰਕੇ ਕੌਨਫੀਡੈਂਸ ਹੈ? ਨਹੀਂ, ਹਮੇਸ਼ਾ ਕੌਨਫੀਡੈਂਸ ਤਾਂ ਬਣਦਾ ਆ ਜਦੋਂ ਗੱਠਜੋੜ ਕਿਸੇ ਵੀ ਪਾਰਟੀ ਦਾ ਹੁੰਦਾ, ਲੇਕਿਨ ਨਾਲ ਦੀ ਨਾਲ ਜਿਹੜਾ ਦੂਸਰਾ ਪੁਆਇੰਟ ਹੈ ਕਿ ਸਾਡੀ ਪਾਰਟੀ ਇੱਕ ਕੇਡਰ ਬੇਸ ਪਾਰਟੀ ਆ। ਜਿਹੜੀ ਸਾਹਿਬ ਕਾਸ਼ੀ ਰਾਮ ਜੀ ਨੇ ਕੇਡਰ ਬੇਸ ਵਿਚਾਰਧਾਰਾ ਦੇ ਆਧਾਰ 'ਤੇ ਪਾਰਟੀ ਖੜੀ ਕੀਤੀ। ਤੁਸੀਂ ਦੇਖੋ 97 ਸਾਡਾ ਪੰਜਾਬ ਦਾ ਲਾਸਟ ਇਲੈਕਸ਼ਨ ਰਿਜ਼ਲਟ ਸੀ ਜਦੋਂ ਸਿੰਗਲ ਐਮਐਲਏ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਿਆ। ਉਸ ਤੋਂ ਪਹਿਲਾਂ 96 3 ਮੈਂਬਰ ਪਾਰਲੀਮੈਂਟ ਜਿੱਤੇ ਸੀ, ਜਿਸ 'ਚ ਸਾਹਿਬ ਕਾਸ਼ੀ ਰਾਮ ਜੀ ਵੀ ਸੀਗੇ, ਔਰ 92 ਦੇ ਵਿੱਚ 9 ਐਮਐਲਏ ਔਰ 89 'ਚ 1 ਐਮਐਲਏ, 1 ਐਮਪੀ, ਤੇ ਬੜਾ ਜੇਤੂ ਇਤਿਹਾਸ ਸੀਗਾ। ਲੇਕਿਨ 97 ਤੋਂ ਬਾਅਦ ਕੁਝ ਹਾਲਾਤ ਇੱਦਾਂ ਦੇ ਬਣੇ ਪੰਜਾਬ ਦੇ ਕਿ ਸਾਡਾ ਜਦੋਂ ਵੀ ਟੱਕਰਾ ਹੋਇਆ ਉਹ ਗੱਠਜੋੜ ਨਾਲ ਹੋਇਆ। ਚਾਹੇ ਉਹ ਅਕਾਲੀ ਭਾਜਪਾ ਦਾ ਗੱਠਜੋੜ ਕਦੀ ਸਾਡੇ ਸਾਹਮਣੇ ਆਉਂਦਾ ਸੀ, ਕਦੀ ਕਾਂਗਰਸ ਔਰ ਕਮਿਊਨਿਸਟਾਂ ਦਾ ਮਹਾਗਠਬੰਧਨ ਸਾਡੇ ਸਾਹਮਣੇ ਆਉਂਦਾ ਸੀ, ਔਰ ਗਠਬੰਧਨ ਦੇ ਸਾਹਮਣੇ ਅਸੀਂ ਗਰੀਬ ਨਿਮਾਣੇ ਨਤਾਣੇ ਵਰਗਾਂ ਦੇ ਲੋਕ ਜਿਹੜੇ ਅਸੀਂ ਛੋਟੇ ਸਾਧਨ, ਛੋਟਾ ਧਨ ਹਰ ਘਰ ਚੋਂ ਇਕੱਠਾ ਕਰਕੇ ਇਸ ਪਾਰਟੀ ਨੂੰ ਚਲਾਉਂਦੇ ਆ। ਅਸੀਂ ਉਸ ਲੜਾਈ ਚ ਪਛੜ ਜਾਈਏ। ਗੱਠਜੋੜ ਦੇ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ। ਨਹੀਂ, ਸਾਡਾ ਮੁਕਾਬਲਾ ਸੀ, ਹੁਣ ਗੱਠਜੋੜ ਨਾਲ ਅੱਗੇ ਵਧੀਏ। ਜੇ ਉਹ 25 ਸਾਲ ਪਿਛਲੇ ਸਾਡਾ ਕੱਲਿਆਂ ਦਾ ਮੁਕਾਬਲਾ ਹੁੰਦਾ ਸੀ, ਕਦੀ ਨਾ ਹਾਰਦੇ ਪੰਜਾਬ 'ਚ। ਲੇਕਿਨ ਇਸ ਵਾਰੀ ਖੁਸ਼ੀ ਦੀ ਗੱਲ ਹੈ ਗੱਠਜੋੜਾਂ ਦਾ ਮੁਕਾਬਲਾ ਗੱਠਜੋੜ ਨਾਲ ਹੋ ਰਿਹਾ। ਚਰਚਾ ਜ਼ਿਆਦਾ ਇਸ ਵਾਰ ਤੁਹਾਡੀ ਅਕਾਲੀ ਦਲ ਨਾਲ ਗੱਠਜੋੜ ਹੋਣ ਕਰਕੇ ਪੰਜਾਬ ਦੀਆਂ ਸਿਆਸੀ ਸਭਾਵਾਂ 'ਚ ਜਾਂ ਮੀਡੀਆ ਸਭਾਵਾਂ 'ਚ ਤੁਸੀਂ ਸਮਝਦੇ ਹੋ ਵੀ ਚਰਚਾ ਅਕਾਲੀ ਦਲ ਨਾਲ ਗੱਠਜੋੜ ਹੋਣ ਕਰਕੇ ਹੋ ਰਹੀ ਹੈ? ਬਿਲਕੁਲ, ਮੈਂ ਸਹਿਮਤ ਹੈਗਾ ਇਸ ਗੱਲ ਨਾਲ ਵੀ, ਕਿਉਂਕਿ ਪਿਛਲੇ 25 ਸਾਲਾਂ 'ਚ ਅਕਾਲੀ ਬੀਜੇਪੀ ਦਾ ਗੱਠਜੋੜ ਸੀ ਜੀ, ਕਾਂਗਰਸ ਕਮਿਊਨਿਸਟਾਂ ਦਾ ਮਹਾਗਠਬੰਧਨ ਬਣਦਾ ਰਿਹਾ, ਔਰ ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ, ਪਤਾ ਨਹੀਂ ਕਿਹਦਾ ਗਠਬੰਧਨ ਬਣਦਾ ਰਿਹਾ। ਅਸੀਂ ਇਕੱਲੇ ਲੜਦੇ ਸੀ, ਸਾਨੂੰ ਕਦੀ ਉਹ ਹਾਈਪ ਨਹੀਂ ਸੀ ਮਿਲ ਪਾਉਂਦੀ, ਕਦੀ ਨਜ਼ਰ ਨਹੀਂ ਸੀ ਆਉਂਦੇ, ਕਿਉਂਕਿ ਇੱਕ ਤਾਂ ਉੱਦਾਂ ਗਰੀਬ ਨਿਮਾਣੇ ਨਿਆਸਰੇ ਨੇ ਉੱਟੇ, ਦੂਜਾ ਰਾਜਨੀਤਿਕ ਤੌਰ ਤੇ ਵੀ ਪਛੜ ਜਾਂਦੇ ਸੀ। ਇਸ ਵਾਰੀ ਅਸੀਂ ਜਿੱਥੇ ਕਾਂਗਰਸ ਇਸ ਵਾਰੀ ਕਿਸੇ ਨਾ ਕਿਸੇ ਰੂਪ 'ਚ ਗੱਠਜੋੜ ਕਰਨ ਦੀ ਕੋਸ਼ਿਸ਼ ਹੈ, ਅਕਾਲੀ ਜਿਹੜੀ ਭਾਜਪਾ ਔਰ ਕੈਪਟਨ ਅਮਰਿੰਦਰ ਜੀ ਗੱਠਜੋੜ ਦੀ ਕੋਸ਼ਿਸ਼ 'ਚ ਹੈ, ਔਰ ਆਮ ਆਦਮੀ ਪਾਰਟੀ ਉਹ ਵੀ ਤੀਂਗੜ ਰਹੀ ਹੈ ਸਾਨੂੰ ਵੀ ਕੋਈ ਉਹ ਗੱਠਜੋੜ ਕਰ ਲੈ। ਅਸੀਂ ਆਲਰੇਡੀ ਇੱਕ ਮਜ਼ਬੂਤ ਜਿਹੜਾ ਗਠਬੰਧਨ ਹੈ ਉਹ ਬਣਾ ਕੇ ਪੰਜਾਬ ਦੀ ਰਾਜਨੀਤੀ 'ਚ ਆਪਣਾ ਦਾਅਵਾ ਠੋਕ ਚੁੱਕੇ ਹਾਂ। ਪਰ ਤੁਸੀਂ ਜਿਸ ਤਰੀਕੇ ਨਾਲ ਗਠਬੰਧਨ ਦੀ ਚਰਚਾ ਬਹੁਤ ਵੱਡੇ ਪੱਧਰ ਤੇ ਹੋਈ ਜਦੋਂ ਅਕਾਲੀ ਦਲ ਨੇ ਕੀਤਾ, ਔਰ ਇੱਕ ਤਰੀਕੇ ਨਾਲ ਇਹ ਪੰਜਾਬ ਦੀਆਂ ਸਿਆਸੀ ਸਫਾਂ 'ਚ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਹੁਣ ਸਾਡਾ ਉਸ ਵਰਗ ਨਾਲ ਗੱਠਜੋੜ ਹੋ ਗਿਆ ਜਿਸ ਨੂੰ ਨੁਮਾਇੰਦਗੀ ਦੀ ਜ਼ਰੂਰਤ ਹੈ, ਪਰ ਇਸੇ ਵਿਚਾਲੇ ਕਾਂਗਰਸ ਇੱਕ ਮਾਸਟਰ ਸਟ੍ਰੋਕ ਖੇਡਦੀ ਹੈ ਔਰ ਚਰਨਜੀਤ ਚੰਨੀ ਹੋਰਾਂ ਨੂੰ ਚਿਹਰਾ ਬਣਾ ਕੇ ਲੈ ਆਉਂਦੀ ਹੈ। ਕੀ ਤੁਹਾਨੂੰ ਨਹੀਂ ਲੱਗਦਾ ਕਿ ਉਸ ਚੀਜ਼ ਨੇ ਜਿਹੜੀ ਤੁਹਾਡੀ ਕਵਾਇਦ ਜਾਂ ਜਿਹੜਾ ਤੁਹਾਡਾ ਸਿਆਸੀ ਸਫ਼ਰ ਜ਼ੋਰ ਨਾਲ ਅੱਗੇ ਵਧ ਰਿਹਾ ਸੀ ਉਹਦੇ ਤੇ ਕਿਤੇ ਨਾ ਕਿਤੇ ਜਾ ਕੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ? ਨਹੀਂ, ਕਾਂਗਰਸ ਨੇ ਇਹ ਮਾਸਟਰ ਸਟ੍ਰੋਕ ਬ੍ਰਹਮਾਸਤਰ ਚੱਲ ਕੇ ਕੋਸ਼ਿਸ਼ ਕੀਤੀ ਸੀ, ਲੇਕਿਨ ਉਹ ਬੇਅਸਰ ਹੋ ਗਿਆ। ਕਿਵੇਂ? ਉਹਨੂੰ ਬੇਅਸਰ ਤੁਸੀਂ ਦੇਖੋ, ਮੁੱਖ ਮੰਤਰੀ ਪੰਜਾਬ ਦਾ ਲਗਾਇਆ, ਲੇਕਿਨ ਜਿਸ ਤਰੀਕੇ ਨਾਲ ਮਾਨਯੋਗ ਚੰਨੀ ਸਾਹਿਬ ਘੁੰਮ ਰਹੇ ਆ, ਉਹ ਦੁਆਬੇ ਦਾ ਹੀ ਮੁੱਖ ਮੰਤਰੀ ਖੁਦ ਨੂੰ ਘੋਸ਼ਿਤ ਕਰ ਰਹੇ ਆ। ਕੱਲ ਵੀ ਜਲੰਧਰ ਕਹਿ ਕੇ ਆਏ, ਹੱਥ ਬੰਨ੍ਹ ਕੇ ਲੇਲੜੀਆਂ ਕੱਢ ਕੇ, ਦੁਆਬੇ ਵਾਲਿਓ ਯਾਰ ਮੈਨੂੰ ਅਡੋਪਟ ਹੀ ਕਰ ਲਓ। ਮਤਲਬ ਮੁੱਖ ਮੰਤਰੀ ਸਾਹਿਬ ਦੇ ਸ਼ਬਦ ਕੀ ਆ, ਦੁਆਬੇ ਵਾਲਿਓ ਯਾਰ ਮੈਨੂੰ ਅਡੋਪਟ ਕਰ ਲਓ ਤੁਸੀਂ।
ਮਤਲਬ ਜੇ ਮੁੱਖ ਮੰਤਰੀ ਨੂੰ 85 ਦਿਨਾਂ ਬਾਅਦ ਵੀ ਇਹ ਲਿਲੜੀਆਂ ਕੱਢਣੀਆਂ ਪੈ ਰਹੀਆਂ ਕਿ ਦਲਿਤ ਸਮਾਜ ਮੈਨੂੰ ਬਹੁਜਨ ਸਮਾਜ ਅਡਾਪਟ ਕਰ ਲੈ, ਇਹ ਹੁਣੇ ਵਾਲਾ ਨਹੀਂ। ਇਹ ਤਾਂ ਇਲੈਕਸ਼ਨ ਸਟੰਟ ਹੁੰਦੇ ਨਾ, ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਹੁਣ ਦੁਆਬੇ 'ਚ ਜਾ ਕੇ ਕਹਿਣਗੇ, ਹੋ ਸਕਦਾ ਮਾਲਵੇ 'ਚ ਵੀ ਕਹਿ ਦੇਣ, ਹੋ ਸਕਦਾ ਮਾਝੇ 'ਚ ਵੀ ਕਹਿ ਦੇਣ। ਨੰਬਰ 2 ਨੰਬਰ 2 ਮੁੱਖ ਮੰਤਰੀ ਦੁਆਬੇ ਦਾ ਕਿੱਦਾਂ? ਮੈਂ ਇਹ ਗੱਲ ਲਗਾਤਾਰ ਪਿਛਲੇ 2 ਮਹੀਨਿਆਂ ਤੋਂ ਬੋਲ ਰਿਹਾ ਕਿ ਮੁੱਖ ਮੰਤਰੀ ਸੋਮਵਾਰ ਨੂੰ ਆਦਮਪੁਰ ਹੁੰਦਾ, ਮੰਗਲਵਾਰ ਨੂੰ ਇਹ ਬੰਗੀ ਹੁੰਦਾ, ਬੁੱਧਵਾਰ ਨੂੰ ਨਵਾਂ ਸ਼ਹਿਰ ਹੁੰਦਾ, ਵੀਰਵਾਰ ਨੂੰ ਹੁਸ਼ਿਆਰਪੁਰ ਔਰ ਸ਼ੁੱਕਰਵਾਰ ਨੂੰ ਜਲੰਧਰ, ਸ਼ਨੀਵਾਰ ਨੂੰ ਕਰਤਾਰਪੁਰ ਔਰ ਐਤਵਾਰ ਨੂੰ ਰੈਸਟ ਕਰਕੇ ਸੋਮਵਾਰ ਨੂੰ ਫਿਰ ਦੁਆਬਾ ਸ਼ੁਰੂ ਕਰ ਲੈਂਦਾ। ਮਤਲਬ ਕਾਂਗਰਸ ਨੂੰ ਬਾਰ-ਬਾਰ ਖਤਰਾ। ਔਰ ਤੀਸਰਾ ਮੁੱਖ ਮੰਤਰੀ ਕਹਿ ਰਿਹਾ, ਭਰਾਵੋ ਮੇਰਿਓ, ਆਦਮਪੁਰ ਜਾ ਕੇ ਇਹਦਾ ਹੱਥ ਬੰਨ੍ਹ ਕੇ ਲਿਲੜੀਆਂ ਕੱਢ, ਯਾਰ ਮੇਰੀ ਸਰਕਾਰ ਨੂੰ ਕਾਂਗਰਸ ਦੀ ਸਰਕਾਰ ਨਾ ਮੰਨੋ, ਮੇਰੀ ਸਰਕਾਰ ਨੂੰ ਬਹੁਜਨ ਸਮਾਜ ਦੀ ਸਰਕਾਰ ਮੰਨੋ। ਮਤਲਬ ਬਾਰ-ਬਾਰ ਹਾਥੀ ਨੂੰ ਯਾਦ ਕਰਨਾ, ਬਾਰ-ਬਾਰ ਬਹੁਜਨ ਸ਼ਬਦ, ਬਹੁਜਨ ਸਮਾਜ ਨੂੰ ਯਾਦ ਕਰਨਾ। ਕੱਲ ਦਾ ਜਿਹੜਾ ਬਿਆਨ ਲਾ ਕੇ ਆਇਆ ਕਿ ਬਸਪਾ ਔਰ ਅਕਾਲੀ ਦਲ ਆਪਸ ਦੇ ਵਿੱਚ ਖਰੀਦੋ ਫਰੋਖਤ ਵਾਲੀ ਰਿਸ਼ਤੇ 'ਚ ਨੇ। ਮਤਲਬ ਸੁੱਤੇ ਪਿਆਂ ਨੂੰ ਵੀ ਕਾਂਗਰਸ ਨੂੰ ਜੇ ਅੱਜ ਹਾਥੀ ਡਰਾ ਰਿਹਾ, ਬਹੁਜਨ ਸਮਾਜ ਦੀ ਤਾਕਤ ਡਰਾ ਰਹੀ ਆ, ਕਾਂਗਰਸ ਦੀ ਪ੍ਰੋਜੈਕਸ਼ਨ ਬਣ ਰਹੀ ਆ। ਕਿਆ ਕਾਂਗਰਸ ਲਈ ਪੰਜਾਬ ਯੂਪੀ ਬਣਨ ਜਾ ਰਿਹਾ ਜੀ? ਇਹ ਕਾਂਗਰਸ ਇਸ ਪ੍ਰੋਜੈਕਸ਼ਨ ਵੱਲ ਵੱਧ ਰਹੀ ਆ। ਔਰ ਮੈਂ ਭਰੋਸਾ ਦਿੰਦਾ ਪੰਜਾਬੀਆਂ ਨੂੰ, ਕਾਂਗਰਸ ਨੂੰ ਯੂਪੀ ਵਾਲਾ ਮਾਹੌਲ 2022 ਤੋਂ ਵੱਧ ਦਿਆਂਗੇ। ਚਲੋ ਮੈਂ ਇੱਕ ਸਵਾਲ ਜਿਹੜਾ ਤੁਸੀਂ ਜ਼ਿਕਰ ਕਰ ਹੀ ਦਿੱਤਾ, ਮੁੱਖ ਮੰਤਰੀ ਇਲਜ਼ਾਮ ਲਗਾ ਕੇ ਗਏ ਨੇ, ਇਨਫੈਕਟ ਤੁਸੀਂ ਉਸ ਦਾ ਜ਼ਿਕਰ ਕਰਿਆ, ਮੈਂ ਹੋਰ ਬਰੀਫ ਕਰ ਦਿੰਦਾ ਉਸ ਨੂੰ। ਸੀਐਮ ਕਹਿੰਦੇ ਕਿ ਬੀਐਸਪੀ ਵਾਲਿਆਂ ਨੇ ਤਾਂ ਅਕਾਲੀ ਦਲ ਨੂੰ ਪਾਰਟੀ ਵੇਚਤੀ, ਕਹਿੰਦੇ 20 ਸੀਟਾਂ ਮਿਲੀਆਂ 117 ਚੋਂ, ਉਹਦੇ ਵਿੱਚੋਂ ਵੀ 15 ਲੋਕ ਉਹ ਨੇ ਜਿਹੜੇ ਅਕਾਲੀ ਦਲ ਚੋਂ ਹਾਰ ਪਵਾ ਕੇ ਸ਼ਾਮ ਨੂੰ ਹਾਰ ਪਾਏ, ਨਾਲ ਦੀ ਨਾਲ ਟਿਕਟ ਦੀ ਅਨਾਉਂਸਮੈਂਟ। ਯਾਨੀ ਟਾਰਗੇਟ ਵੀ ਬੀਐਸਪੀ ਹੈ। ਸ਼ੁਕਲਾ ਸਾਹਿਬ ਸੋਚਦਾ ਸੀ ਵੀ ਕਿਤੇ ਸ਼ਬਦ ਭੁੱਲ ਨਾ ਜਾਇਓ, ਲੇਕਿਨ ਸ਼ੁਕਰੀਆ ਤੁਹਾਡਾ, ਤੁਸੀਂ ਐ ਨਿਨ-ਬਿਨ ਬੋਲੇ। ਹੁਣ ਆਪਾਂ ਗਿਣੀਏ ਮੁੱਖ ਮੰਤਰੀ ਝੂਠਾ ਕਿੰਨਾ, ਹਾਥੀ ਡਰਾਉਂਦਾ ਕਿੰਨਾ ਮੁੱਖ ਮੰਤਰੀ ਨੂੰ, ਕਾਂਗਰਸ ਨੂੰ। ਦੇਖੋ, ਨਵਾਂ ਸ਼ਹਿਰ ਤੋਂ ਸੂਬਾ ਜਨਰਲ ਸਕੱਤਰ ਪੰਜਾਬ ਗਿਣੀ ਜਾਣਾ ਤੁਸੀਂ 1 2 3 ਕਰਕੇ, ਇਹ 30 ਸਕਿੰਟ 'ਚ। ਨਵਾਂ ਸ਼ਹਿਰ ਤੋਂ ਸੂਬਾ ਜਨਰਲ ਸਕੱਤਰ ਪੰਜਾਬ ਡਾਕਟਰ ਨਛੱਤਰਪਾਲ, ਫਗਵਾੜੇ ਤੋਂ ਮੈਂ ਖੁਦ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ 2, ਕਰਤਾਰਪੁਰ ਤੋਂ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਜਿਹੜਾ ਲੋਕ ਸਭਾ ਵੀ 19 ਚ ਲੜਿਆ 3, 4 ਮਹਿਲ ਕਲਾਂ ਤੋਂ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ 5ਵਾਂ, ਸ਼ਾਮ 84 ਹੁਸ਼ਿਆਰਪੁਰ ਦਾ ਜ਼ਿਲ੍ਹਾ ਪ੍ਰਧਾਨ ਮਹਿੰਦਰ ਸੰਦਰ ਇੰਜੀਨੀਅਰ ਸਾਹਿਬ 6, ਬਸੀ ਪਠਾਣਾ ਤੋਂ ਐਡਵੋਕੇਟ ਸ਼ਿਵ ਕਲਿਆਣ ਪਾਰਲੀਮੈਂਟ ਇੰਚਾਰਜ ਬਸਪਾ ਦੇ ਆਫਿਸ ਬੇਰਰ ਹੈ। 7 ਪਾਇਲ ਬਸਪਾ ਦਾ ਸਟੇਟ ਸੈਕਟਰੀ BAMS ਡਾਕਟਰ ਜਸਪ੍ਰੀਤ ਸਿੰਘ। ਉਸ ਤੋਂ ਬਾਅਦ ਆ ਜਾਓ 8 ਪਾਰਟੀ ਦਾ 6 7 8 ਹੁਸ਼ਿਆਰਪੁਰ ਤੋਂ ਸਿੱਖ ਰਾਜਪੂਤ ਚਿਹਰਾ NGO ਚਲਾਉਂਦਾ ਸੀ। ਚਲੋ 15 ਦਾ ਦਾਵਾ ਕਰ ਰਹੇ ਸੀ, 8 ਤਾਂ ਤੁਸੀਂ ਗਿਣਾ ਹੀ ਦਿੱਤੇ। NGO ਚਲਾਉ ਹਲੇ 17 ਤਾਂ ਐਲਾਨ ਕੀਤੀਆਂ ਜੀ, ਹਲੇ 17 ਹੀ ਐਲਾਨ ਕੀਤੀਆਂ ਸੀ। ਔਰ ਜਲੰਧਰ ਬੈਸਟ ਬਾਮਸੇਫ ਬਸਪਾ ਦਾ ਜਿਹੜਾ ਮੁਲਾਜ਼ਮ ਵਿੰਗ, ਉਹ ਬਾਮਸੇਫ ਤੋਂ ਆਗੂ ਤੁਸੀਂ ਕਹਿ ਰਹੇ ਕਿ ਕਿਸੇ ਦੀ ਅਨਿਲ ਕੁਮਾਰ DM ਸਾਹਿਬ ਸ਼ਾਮਲ ਕਰਕੇ ਨਹੀਂ ਹੋਇਆ। DM ਸਾਹਿਬ ਮਤਲਬ ਤੁਸੀਂ ਸੂਬਾ ਜਨਰਲ ਸਕੱਤਰ ਕਹਿ ਰਹੇ ਹੋ ਨਾ, ਤਾਂ ਉਹ ਕੋਈ ਵੀ ਹੁੰਦਾ ਪਾਰਟੀ ਦੇ ਵਿੱਚ ਐਂਟਰ ਕਰਵਾਓ, ਨਾਲ ਦੀ ਨਾਲ ਕੋਈ No, ਡੈਜ਼ਿਗਨੇਸ਼ਨ ਦਿਓ never, ਤੇ ਉਸ ਤੋਂ ਬਾਅਦ ਟਿਕਟ ਦੀ no, ਅਨਾਉਂਸਮੈਂਟ। ਪੁਰਾਣੇ ਚੱਲੇ ਆ ਰਹੇ ਤੁਹਾਡੇ ਕਹਿੰਦਾ ਮਤਲਬ ਨੈਵਰ, ਇਹ ਪੁਰਾਣੇ ਚੱਲੇ ਆ ਰਿਹਾ ਕੇਡਰ ਹੈ ਜੀ। ਉਹ ਡਾਕਟਰ ਨਛੱਤਰਪਾਲ ਘੱਟੋ ਘੱਟ 30 ਸਾਲ ਪੁਰਾਣਾ, ਇੰਜੀਨੀਅਰ ਮਹਿੰਦਰ ਸੰਦਰ ਘੱਟੋ ਘੱਟ 25 ਸਾਲ ਪੁਰਾਣਾ, DM ਸ਼ਿਵ ਜਲੰਧਰ ਬੈਸਟ ਵਾਲਾ ਘੱਟੋ ਘੱਟ 25 ਸਾਲ ਪੁਰਾਣਾ, ਜਿਹੜਾ ਮੁੰਡਾ ਡਾਕਟਰ ਜਸਪ੍ਰੀਤ ਉਹ ਤਾਂ ਉਮਰੇ 35 ਸਾਲ ਦੀ, ਘੱਟੋ ਘੱਟ 12-15 ਸਾਲ ਤੋਂ ਪਾਰਟੀ ਨਾਲ ਜੁੜਿਆ ਹੈ। ਐਡਵੋਕੇਟ ਸ਼ਿਵ ਕਲਿਆਣ ਘੱਟੋ ਘੱਟ 5 ਸਾਲ ਪੁਰਾਣਾ, ਕਿਉਂਕਿ 19 ਚੋਂ ਲੋਕ ਸਭਾ ਦੀ ਟਿਕਟ ਮੰਗ ਰਿਹਾ ਸਾਡੇ ਕੋਲ, ਉਸ ਤੋਂ ਪਹਿਲਾਂ ਦਾ ਪਾਰਟੀ ਨਾਲ ਸੋ ਜੁੜਿਆ। ਤੁਹਾਡਾ ਇਹ ਦਾਅਵਾ ਹੈ ਵੀ ਤੁਸੀਂ ਕਿਸੇ ਨੂੰ ਨਵਾਂ ਜੁਆਇਨ ਕਰਾ ਕੇ ਨਹੀਂ ਦਿੱਤੀ? ਹੈ ਜੀ, ਕਿਸੇ ਨੂੰ ਨਵਾਂ ਜੁਆਇਨ ਕਰਾ ਕੇ ਨਹੀਂ ਦਿੱਤੀ ਟਿਕਟਾਂ। ਹਾਂ, ਹੁਣ ਤਕਲੀਫ ਕਿੱਥੇ ਆ ਕਾਂਗਰਸ ਨੂੰ? ਇੱਥੇ ਹੀ ਤਾਂ ਤਕਲੀਫ ਹੈ ਕਾਂਗਰਸ ਨੂੰ। ਅਸੀਂ ਬਹੁਜਨ ਸਮਾਜ ਦਾ ਕੇਡਰ ਜਿਹੜਾ ਆ ਉਹ ਬਹੁ ਗਿਣਤੀ ਸ਼ਡਿਊਲ ਕਾਸਟ ਭਾਈਚਾਰੇ ਦਾ ਆ, ਲੇਕਿਨ ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਇੱਕ ਜਾਤੀ ਇੱਕ ਧਰਮ ਦੀ ਨਹੀਂ ਹੁੰਦੀ। ਰਾਜਨੀਤਿਕ ਪਾਰਟੀਆਂ ਸਾਰੀਆਂ ਜਾਤਾਂ ਸਾਰੇ ਧਰਮਾਂ ਦੀਆਂ ਹੁੰਦੀਆਂ। ਕਾਂਗਰਸ ਨੂੰ ਤਕਲੀਫ ਕਿੱਥੇ ਆ ਕਿ ਦਸੂਏ ਤੋਂ ਬਹੁਜਨ ਸਮਾਜ ਪਾਰਟੀ ਨੇ ਬ੍ਰਾਹਮਣ ਕਿਉਂ ਦੇ ਦਿੱਤਾ, ਟਾਂਡੇ ਤੋਂ ਔਰ ਜਲੰਧਰ ਉੱਤਰੀ ਤੋਂ ਲਵਾਣਾ ਸਿੱਖ ਭਾਈਚਾਰੇ ਨੂੰ 2 ਟਿਕਟਾਂ ਕਿਉਂ ਦੇ ਦਿੱਤੀਆਂ, ਹੁਸ਼ਿਆਰਪੁਰ ਤੋਂ ਸਿੱਖ ਰਾਜਪੂਤ ਕਿਉਂ ਦੇ ਦਿੱਤਾ, ਬਸੀ ਪਠਾਣਾ ਤੋਂ ਵਾਲਮੀਕ ਭਾਈਚਾਰੇ ਨੂੰ ਟਿਕਟ ਕਿਉਂ ਦੇ ਦਿੱਤੀ ਬਸਪਾ ਨੇ, ਅੰਮ੍ਰਿਤਸਰ ਸੈਂਟਰਲ ਤੋਂ ਬਸਪਾ ਨੇ ਮੱਝਵੀ ਸਿੱਖ ਭਾਈਚਾਰੇ ਨੂੰ ਟਿਕਟ ਕਿਉਂ ਦੇ ਦਿੱਤੀ। ਮੈਂ ਤਾਂ ਮੈਨੂੰ ਇਦਾਂ ਲੱਗਦਾ ਸ਼ਾਮ ਤੱਕ ਇੱਕ ਹੋਰ ਟਿਕਟ ਕਿਤੇ ਅਸੀਂ ਰਾਮਗੜੀਏ ਤਰਖਾਣ ਭਾਈਚਾਰੇ ਨੂੰ ਅਨਾਉਂਸ ਨਾ ਕਰ ਦਈਏ, ਸ਼ਾਮ ਤੱਕ ਕਰ ਦੋ, ਸਾਡੇ ਸ਼ੋਅ 'ਚ ਹੀ ਕਰ ਦੋ ਸ਼ਾਮ ਤੱਕ ਨਹੀਂ ਦੇਖੋ ਇਹ ਸ਼ਾਮ ਵੀ ਵਧੀਆ ਹੋ ਜਾਏ ਨਾ, ਸ਼ਾਮ ਹੋ ਗਈ, ਇੱਥੇ ਹੀ ਕਰ ਦੋ ਨਾ, ਕਿਹੜਾ ਹਲਕਾ ਤੇ ਕੌਣ ਉਹ ਨੁਮਾਇੰਦੇ ਨੇ।
ਨਹੀਂ, ਇਹਦਾ ਫੈਸਲਾ ਹਾਈ ਕਮਾਂਡ ਦਾ ਅਧਿਕਾਰ ਖੇਤਰ ਹੈ ਜੀ। ਮੈਂ ਤਾਂ ਫੋਨ ਦੇਖ ਲਓ ਕਿ ਆਪ ਤਾਂ ਮੈਸੇਜ ਆ ਹੀ ਨਾ ਗਿਆ। 7:30 ਤੱਕ ਇੰਤਜ਼ਾਰ ਕਰੋ। ਕਾਂਗਰਸ ਨੂੰ ਤਕਲੀਫ ਇਹ ਆ ਕਿ ਬਸਪਾ ਦਲਿਤ ਦਾਇਰਿਆਂ ਚੋਂ ਨਿਕਲ ਕੇ ਕਪੂਰਥਲੇ ਤੋਂ ਅਸੀਂ ਜੱਟ ਭਾਈਚਾਰੇ ਦਾ ਦਿੱਤਾ, ਠੀਕ ਹੈ। ਉਹਨੂੰ ਪਰੇਸ਼ਾਨੀ ਇਹ ਆ ਕਿ ਦਲਿਤ ਦਿਸੰਦਿਆਂ ਚੋਂ ਬਾਰਡਰਾਂ ਚੋਂ ਟੱਪ ਕੇ ਇਹ ਸਾਰੇ ਭਾਈਚਾਰਿਆਂ ਤੱਕ ਬਸਪਾ ਕਿਉਂ ਪਹੁੰਚਣ ਲੱਗ ਪਈ? ਨਹੀਂ, ਪਰ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਸ ਤਰੀਕੇ ਨਾਲ ਜਿਹੜੀ ਤੁਹਾਡੀ ਇੱਕ ਮੁਸ਼ਤ ਵੋਟ ਜਿਹੜੀ ਮੰਨੀ ਜਾਂਦੀ ਹੈ ਇੱਕ ਭਾਈਚਾਰੇ ਦੀ, ਉਹ ਵੀ ਕਿਤੇ ਨਾ ਕਿਤੇ ਡਿਵਾਈਡ ਹੋ ਸਕਦੀ ਹੈ? ਨੈਵਰ। ਹਰੇਕ ਭਾਈਚਾਰਾ ਤਾਂ ਰਹਿ ਗਿਆ। ਭੋਆ ਤੇ ਦੀਨਾਨਗਰ 2 ਸੀਟਾਂ ਮਹਾਸ਼ਾ ਭਾਈਚਾਰੇ ਨੂੰ ਵੀ ਦਿੱਤੀਆਂ। ਮਤਲਬ ਅਸੀਂ 20 ਸੀਟਾਂ ਸਾਡੇ ਕੋਲ, ਅਸੀਂ 10 ਤੋਂ ਜ਼ਿਆਦਾ ਭਾਈਚਾਰੇ ਕਵਰ ਕਰਤੇ ਪੰਜਾਬ ਦੇ। ਹਲੇ ਮੈਂ ਰਾਮਦਾਸੀਆ, ਰਵੀਦਾਸੀਆ ਔਰ ਧਰਮੀ ਗਿਣਿਆ ਨਹੀਂ ਹੈਗਾ। ਇਸ ਕਰਕੇ ਕਾਂਗਰਸ ਬੜੀ ਤਕਲੀਫ 'ਚ ਹੈ। ਕੁਝ ਸੀਟਾਂ ਅਕਾਲੀ ਦਲ ਦੇ ਇਨਫਲੂਐਂਸ ਨਾਲ ਵੀ ਦਿੱਤੀਆਂ ਜਾਂ ਨਿਰੋਲ ਤੁਹਾਡੀ ਆਪਣੀ ਚੋਣ ਹੈ? ਬਸਪਾ ਨਿਰੋਲ, ਕਿਉਂਕਿ ਚਰਚਾ, ਮੈਂ ਇਸ ਲਈ ਪੁੱਛ ਰਿਹਾ, ਚਰਚਾ ਇਹ ਹੋ ਰਹੀ ਹੈ ਵੀ ਸਿਰਫ ਨਾਮ ਦੀਆਂ ਵੀ ਦਿੱਤੀਆਂ, ਬਸਪਾ। ਅਕਾਲੀ ਦਲ ਆਪਦੇ ਬੰਦਿਆਂ ਨੂੰ ਬਸਪਾ ਦੇ ਥਰੂ ਟਿਕਟਾਂ ਵੰਡ। ਬਸਪਾ ਆਪਣਾ ਇੰਡੀਪੈਂਡੈਂਟ ਆਜ਼ਾਦਾਨਾ ਫੈਸਲਾ ਕਰਨ ਵਾਲੀ ਖੁਦ ਪਾਰਟੀ ਆ। ਔਰ ਅਸੀਂ ਬੜਬੜੀਆਂ ਪੂਰੇ ਦੇਸ਼ ਦੀ ਰਾਜਨੀਤੀ ਸਭ ਤੋਂ ਜ਼ਿਆਦਾ ਗੱਠਜੋੜ ਬਸਪਾ ਕਰਦੀ ਆ। ਪਿਛਲੇ 2 ਸਾਲ ਦਾ ਕੋਲ ਹਰਿਆਣਾ ਪੈਂਦਾ ਆ, ਮਾਨਯੋਗ ਭੈਣ ਕੁਮਾਰੀ ਮਾਇਆਵਤੀ ਨੇ ਵਿਦਿਨ 1 ਈਅਰ 3 ਕੰਪਰੋਮਾਈਜ਼ ਹੋਏ ਸੀ, 3 ਨਹੀਂ ਲੰਬੇ ਚੱਲ ਸਕੇ। ਯੂਪੀ ਦੇ ਵਿੱਚ 2017 ਦੇ ਵਿੱਚ ਅਖਿਲੇਸ਼ ਯਾਦਵ ਜੀ ਵਾਲੀ ਪਾਰਟੀ ਨਾਲ ਗੱਠਜੋੜ ਹੋਇਆ ਸੀਗਾ, ਔਰ ਛੱਤੀਸਗੜ੍ਹ ਦੇ ਵਿੱਚ ਅਜੀਤ ਜੋਗੀ ਵਾਲੀ ਪਾਰਟੀ ਨਾਲ ਗੱਠਜੋੜ ਹੋਇਆ ਸੀਗਾ। ਮਤਲਬ ਸਾਡੀ ਪਾਰਟੀ ਖੇਤਰੀ ਪਾਰਟੀਆਂ ਨੂੰ ਹਮੇਸ਼ਾ ਗੱਠਜੋੜ ਕਰਦੀ ਆ, ਔਰ ਅਸੀਂ ਕਦੀ ਵੀ ਕਿਸੇ ਪਾਰਟੀ ਦੇ ਦਬਾਅ 'ਚ ਆਉਣੇ ਵਾਲੇ ਨਹੀਂ। ਠੀਕ ਹੈ, ਇੱਕ ਦਰਸ਼ਕਾਂ ਨੂੰ ਇੰਟਰਸਟਿੰਗ ਗੱਲ ਦੱਸਦਾ ਕਿ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਗੜੀ ਸਾਹਿਬ ਪੁੱਛ ਰਹੇ ਸੀਗੇ ਕਿ ਇਹ ਚੱਕਰ ਕੀ ਹੈ, 2 ਐਂਕਰ ਕਿਉਂ ਬਿਠਾ ਲਏ ਨਾਲ। ਤਾਂ ਮੈਂ ਤੁਹਾਨੂੰ ਹੁਣ ਉਹ ਵੀ ਦੱਸ ਦਿੰਦਾ ਕਿ ਚਲੋ ਸਿਆਸੀ ਲੀਡਰ ਛੇਤੀ ਨਾ ਕਾਬੂ ਨਹੀਂ ਆਉਂਦੇ, ਸਵਾਲਾਂ ਦਾ ਘੇਰਾ ਪਾਉਣਾ ਹੁੰਦਾ। ਮਾਨਯਵਰ ਕਾਸ਼ੀ ਰਾਮ ਸਾਹਿਬ ਨੇ ਇੱਕ ਨਾਰਾ ਦਿੱਤਾ ਸੀ, ਲਹਿਰ ਬੜੀ ਕਰਾਰੀ ਹੈ, ਹਾਥੀ ਸਭ ਪੇ ਭਾਰੀ ਹੈ। ਮੈਂ ਤੁਹਾਡੇ 2 ਤੇ ਤਾਂ ਕੀ ਭਾਰੀ ਹੋਣਾ ਜੀ? ਨਹੀਂ, ਮੈਂ ਉਸੇ ਨਾਲ ਜੁੜਦਾ ਸਵਾਲ ਪੁੱਛ ਰਿਹਾ ਨਾ ਕਿ 20 ਸੀਟਾਂ ਹੀ ਕਿਉਂ? ਜੇ ਆਪਾਂ ਹੁਣ ਗੱਲ ਕਰੀਏ ਪੰਜਾਬ ਦੇ ਵਿੱਚ 30+ ਸੀਟਸ ਨੇ ਜਿਹੜੀਆਂ ਐਸਸੀ ਭਾਈਚਾਰੇ ਨਾਲ ਰਿਪਰੈਜ਼ੈਂਟ, 34 ਸੀਟਸ ਨੇ, ਤਾਂ ਫਿਰ 20 ਦੇ ਉੱਤੇ ਹੀ ਕਿਉਂ ਹਾਥੀ ਰੁਕ ਗਿਆ ਗੱਠਜੋੜ ਦੇ ਸਮੇਂ? ਦੇਖੋ, ਇਹ ਵੀ ਤਾਕਤ ਹੈ ਅਕਾਲੀ ਦਲ ਦੀ ਨਾ ਬੀਐਸਪੀ ਦੀ। ਸੁਣੋ, 20 ਤੇ ਰੁਕਣਾ ਵੀ ਵਿਲ ਮਤਲਬ ਕੰਪੈਰੀਜ਼ਨ ਕਰਨਾ ਚਾਹੀਦਾ ਸਾਨੂੰ। ਭਾਰਤੀ ਜਨਤਾ ਪਾਰਟੀ 23 ਸੀਟਾਂ ਲੈ ਰਹੀ ਆ ਜੀ। 1997 ਤੋਂ ਬਾਅਦ ਹੁਣ ਤੱਕ 25 ਸਾਲਾਂ 'ਚ ਬੀਜੇਪੀ ਨੇ ਦੇਸ਼ ਨੂੰ 5 ਵਾਰੀ ਪ੍ਰਧਾਨ ਮੰਤਰੀ ਦਿੱਤਾ। 13 ਦਿਨ ਦਾ ਵਾਜਪਾਈ, 13 ਮਹੀਨਿਆਂ ਦਾ ਵਾਜਪਾਈ, 4.5 ਸਾਲ ਦਾ ਵਾਜਪਾਈ ਇੰਡੀਆ ਸ਼ਾਈਨਿੰਗ ਤੋਂ ਬਾਅਦ ਉੱਡ ਗਿਆ ਸੀ। ਉਸ ਤੋਂ ਬਾਅਦ 2 ਵਾਰੀ ਦੇ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਸਾਹਿਬ। ਕਿੰਨੇ ਹੋ ਗਏ? 5 ਵਾਰੀ। 5 ਔਰ 14 ਸਟੇਟਾਂ 'ਚ ਉਹਨਾਂ ਦਾ ਮੁੱਖ ਮੰਤਰੀ ਆ ਪਿਛਲੇ 25 ਸਾਲਾਂ 'ਚ। ਬਹੁਜਨ ਸਮਾਜ ਪਾਰਟੀ ਕੋਲ ਕੀ ਹੈ? ਬਹੁਜਨ ਸਮਾਜ ਪਾਰਟੀ ਕੋਲ 3 ਵਾਰੀ ਸਰਕਾਰ ਇਸ ਸਮੇਂ ਦੌਰਾਨ ਸਿਰਫ ਉੱਤਰ ਪ੍ਰਦੇਸ਼ 'ਚ ਬਣੀ ਆ। 4 ਵਾਰੀ, 4 ਵਾਰੀ ਭੈਣ ਕੁਮਾਰੀ ਮਾਇਆਵਤੀ ਜੀ। ਔਰ 2012 ਤੋਂ ਬਾਅਦ ਅਸੀਂ ਸੱਤਾ 'ਚ ਵੀ ਹੈ ਨਹੀਂ, ਔਰ ਅਸੀਂ ਸੀਟਾਂ ਬੀਜੇਪੀ ਦੇ ਬਰਾਬਰ ਲੈ ਕੇ ਜਾ ਰਹੇ ਹਾਂ। ਸਾਨੂੰ 17% ਟੋਟਲ ਦੀਆਂ ਸੀਟਾਂ ਮਿਲੀਆਂ, ਬੀਜੇਪੀ ਕੋਲ 18% ਸੀ। ਬੀਜੇਪੀ ਕੋਲ ਵੀ 11 ਜ਼ਿਲ੍ਹਿਆਂ 'ਚ ਸੀਟਾਂ ਸੀ, ਪੰਜਾਬ 'ਚ 11 ਜ਼ਿਲ੍ਹਿਆਂ 'ਚ ਨਹੀਂ ਸੀ। ਜਦੋਂ 22 ਜ਼ਿਲ੍ਹੇ ਸੀ, ਤੇ ਸਾਡੇ ਕੋਲ ਵੀ 11 ਜ਼ਿਲ੍ਹੇ ਸੀਟਾਂ ਹੈਗੀਆਂ, 11 ਜ਼ਿਲ੍ਹਿਆਂ 'ਚ ਨਹੀਂ ਆ। ਤੇ ਪੰਜਾਬ 'ਚ ਅਕਾਲੀ ਦਲ ਨਾਲ ਗੱਠਜੋੜ ਦੀ ਕੋਈ ਖਾਸ ਵਜ੍ਹਾ, ਅਕਾਲੀ ਦਲ ਨੂੰ ਹੀ ਚੂਜ਼ ਕਰਨ ਦੀ, ਜਾਂ ਕੋਈ ਹੋਰ ਆਪਸ਼ਨ? ਬਹੁਜਨ ਸਮਾਜ ਪਾਰਟੀ ਹਮੇਸ਼ਾ ਖੇਤਰੀ ਪਾਰਟੀਆਂ ਨੂੰ ਨਾਲ ਲੈ ਕੇ, ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਦੀ, ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਦੀ, ਇਹ ਰਾਸ਼ਟਰੀ ਪਾਲਿਸੀ ਆ ਕਿ ਨੈਸ਼ਨਲ ਪਾਰਟੀਆਂ ਕਾਂਗਰਸ ਔਰ ਬੀਜੇਪੀ ਔਰ ਖੇਤਰੀ ਪਾਰਟੀ ਆਮ ਆਦਮੀ ਪਾਰਟੀ, ਇਹ ਤਿੰਨੋਂ ਹੀ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੱਲਾ ਗੁੱਲਾ ਕਰਨ ਦੀ ਕੋਸ਼ਿਸ਼ 'ਚ ਹੈ। ਤਿੰਨਾਂ ਦੀਆਂ ਜਿਹੜੀਆਂ ਪਾਲਿਸੀਆਂ ਆ ਉਹ ਦੇਸ਼ ਵਿਰੋਧੀ ਆ, ਸਮਾਜ ਵਿਰੋਧੀ ਆ, ਮੁਲਾਜ਼ਮ ਵਿਰੋਧੀ ਆ, ਵਿਦਿਆਰਥੀ ਵਿਰੋਧੀ ਆ। ਔਰ ਅਸੀਂ ਉਹਨਾਂ ਖੇਤਰੀ ਪਾਰਟੀਆਂ ਨੂੰ ਨਾਲ ਲੈਂਦੇ ਜਿਨ੍ਹਾਂ ਦੀ ਸਰਬਜਨ ਹਿਤਾਏ ਸਰਬਜਨ ਸੁਖਾਏ, ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਬੱਤ ਦਾ ਭਲਾ ਹੈ। ਦੋਹਾਂ ਦਾ ਮਤਲਬ ਵੀ ਇੱਕੋ ਨਿਕਲਦਾ। ਤੇ ਸਰਬਜਨ ਹਿਤਾਏ ਸਰਬਜਨ ਸੁਖਾਏ ਦਾ ਗੱਠਜੋੜ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਵਾਲਿਆਂ ਨਾਲ ਹੋਇਆ ਜੀ। ਤੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਪਰ ਸਵਾਲ ਇਸ ਦੇ ਵਿੱਚ ਇਹ ਵੀ ਹੈ ਕਿ ਰਵਨੀਤ ਬਿੱਟੂ ਦੀ ਇੱਕ ਸਟੇਟਮੈਂਟ ਸੀ ਗੱਠਜੋੜ ਤੋਂ ਬਾਅਦ, ਬੀਐਸਪੀ ਨੂੰ ਵੀ ਕਿਤੇ ਲੱਗਿਆ ਕਿਤੇ ਜਾ ਕੇ। ਤੁਸੀਂ, ਮੈਂ ਦੁਬਾਰਾ ਦੁਹਰਾਵਾਂ ਜਾਂ ਯਾਦ ਹੈ? ਤੁਸੀਂ ਇੱਕ ਸਵਾਲ ਕੀਤਾ ਕਿ ਡੈਂਟ ਕਿਉਂ ਨਹੀਂ ਪਿਆ ਚੰਨੀ ਦੇ ਨਾਲ। ਕਿੱਦਾਂ ਪੈਂਦਾ ਡੈਂਟ? ਸ਼੍ਰੀ ਰਵਨੀਤ ਬਿੱਟੂ ਜੀ ਮੈਂਬਰ ਪਾਰਲੀਮੈਂਟ, ਉਹਨਾਂ ਨੇ ਐਲਾਨ ਕੀਤਾ ਗੱਠਜੋੜ ਤੋਂ ਸੈਕਿੰਡ ਡੇ ਕਿ ਸ਼੍ਰੀ ਚਮਕੌਰ ਸਾਹਿਬ ਤੇ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਪਵਿੱਤਰ ਤੇ ਪੰਥਕ ਸੀਟਾਂ ਇਹ ਬਹੁਜਨ ਸਮਾਜ ਦੇ ਦਲਿਤਾਂ ਪਛੜਿਆਂ ਨੂੰ ਕਿਉਂ ਦੇਤੀਆਂ। ਸ਼੍ਰੀ ਚਮਕੌਰ ਸਾਹਿਬ ਦੇ ਉਸ ਵੇਲੇ ਐਮਐਲਏ ਸ਼੍ਰੀ ਚਰਨਜੀਤ ਚੰਨੀ ਜੀ, ਟੈਕਨੀਕਲ ਐਜੂਕੇਸ਼ਨ ਮਿਨਿਸਟਰ, ਅੱਜ ਤੱਕ ਨਹੀਂ ਬੋਲੇ। ਤੇ ਦਲਿਤ ਸਮਾਜ ਦੇਖ ਰਿਹਾ ਨਹੀਂ, ਇਹ ਦਲਿਤ ਸਮਾਜ ਦੇਖ ਨਹੀਂ ਰਿਹਾ। ਔਰ ਅਸੀਂ 4 ਵੱਡੀਆਂ ਮੋਟਰਸਾਈਕਲ ਯਾਤਰਾਵਾਂ ਕੱਢੀਆਂ ਦਲਿਤ ਸਮਾਜ ਕੇ ਸਨਮਾਨ ਮੇਂ, ਬੀਐਸਪੀ ਮੈਦਾਨ ਮੇਂ।
दलितों के बहुजनों के सम्मान में। ਨਾ ਰਵਨੀਤ ਬਿੱਟੂ ਦੀ ਸਫਾਈ ਵੀ ਆ ਗਈ ਸੀ, ਉਹ ਕਹਿੰਦੇ ਕਿ ਮੈਂ ਕਿਹਾ ਕਿ ਹਲਕਿਆਂ ਨੂੰ ਲੈ ਕੇ ਨਹੀਂ ਮੈਂ ਰਿਕਮੈਂਡ ਕੀਤਾ ਔਰ ਸੀ। ਚੰਨੀ ਸਾਹਿਬ ਦੇ ਉੱਤੇ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਕਿ ਤੁਸੀਂ ਪਰਚਾ ਦਰਜ ਕਰ ਦਿਓ, ਇੱਥੇ ਜੇਲ੍ਹ ਨਾ ਭੇਜੋ, ਪਰਚਾ ਤਾਂ ਦਰਜ ਕਰ ਦਿਓ, ਸਾਡੀ ਪੁਲਿਸ ਸ਼ਿਕਾਇਤ ਦਾ ਕਾਰਵਾਈ ਕਰ ਦਿਓ। ਔਰ ਚੰਨੀ ਸਾਹਿਬ ਇੰਨੇ ਮਜਬੂਰ ਮੁੱਖ ਮੰਤਰੀ ਆ, ਅੱਜ ਤੱਕ ਕਾਰਵਾਈ ਨਹੀਂ ਕਰ ਸਕੇ। ਪੰਜਾਬ ਦਾ ਡੀਜੀਪੀ ਕਾਰਜਕਾਰੀ ਡੀਜੀਪੀ ਕਾਰਜਕਾਰੀ ਪੱਕਾ ਨਹੀਂ ਲਾਇਆ, ਇਕਬਾਲਪ੍ਰੀਤ ਸਿੰਘ ਸੋਹਤਾ ਜੀ ਦਲਿਤ ਭਾਈਚਾਰੇ ਚੋਂ ਆਉਂਦੇ ਸੀ ਜੀ, ਲਾ ਲਿਆ। ਔਰ ਪਰਸੋਂ ਅੱਧੀ ਰਾਤ ਨੂੰ ਹਟਾਉਣਾ ਪੈ ਗਿਆ। ਜਾਂ ਤਾਂ ਮੈਂ ਕਹਿੰਦਾ ਵੀ ਚੰਨੀ ਸਾਹਿਬ ਬੜੇ ਮਜ਼ਬੂਤ ਹੈ, ਯੂਪੀਐਸਸੀ ਦਾ ਆਰਡਰ ਆਇਆ ਮੰਨਣਾ ਪੈ ਗਿਆ, ਠੀਕ ਹੈ। ਜਦੋਂ ਯੂਪੀਐਸਸੀ ਦਾ ਵੀ ਆਰਡਰ ਨਹੀਂ ਆਇਆ ਤੇ ਇੱਕ ਦਲਿਤ ਦੀ ਕੁਰਸੀ ਜਿਹੜਾ ਆਈਪੀਐਸ, ਉਹਦਾ 2 ਆਈਪੀਐਸ ਪੈਂਦੇ ਜੀ, ਇਕਬਾਲਪ੍ਰੀਤ ਸੋਹਤਾ, ਇਕਬਾਲ ਆਈ ਪ੍ਰੀਤ ਸੋਹਤਾ ਆਈਪੀਐਸ, ਫਿਰ ਮਗਰ ਆਈਪੀਐਸ, ਜਿਹਦੇ ਕੋਲ 2 ਆਈਪੀਐਸ ਹੈਗੇ, ਉਸ ਦਲਿਤ ਦੀ ਕੁਰਸੀ ਨਹੀਂ ਇਹ ਬਚਾ ਸਕਿਆ। ਇਹ ਆਮ ਸਮਾਜ ਦਾ ਕੀ ਭਲਾ ਕਰੇਗਾ? ਇਸ ਕਰਕੇ ਕਾਂਗਰਸ ਦਾ ਕੋਈ ਡੈਂਟ ਟੁੱਟ ਨਹੀਂ ਪਿਆ, ਬਸਪਾ ਔਰ ਗੱਠਜੋੜ ਐ ਜਾ ਰਿਹਾ। ਚਲੋ ਅਸੀਂ ਆਪਾਂ ਏਜੰਡਾ ਦੀ ਗੱਲ ਕਰ ਰਹੇ ਹਾਂ। ਏਜੰਡੇ ਸਾਰੀਆਂ ਪਾਰਟੀਆਂ ਦੇ ਜਿਹੜੇ ਆ ਉਹ ਮੁੱਖ ਤੌਰ ਤੇ ਦੇਖੇ ਜਾਣੇ ਆ ਅਗਲੇ ਦਿਨਾਂ ਦੇ ਵਿੱਚ। ਬਹੁਜਨ ਸਮਾਜ ਪਾਰਟੀ ਇਸ ਵੇਲੇ ਕੀ ਸੋਚਦੀ ਹੈ? ਜਿਹੜੀਆਂ ਵੱਖ-ਵੱਖ ਪਾਰਟੀਆਂ ਕੋਈ ਗਰੰਟੀ ਦੇ ਰਿਹਾ, ਕੋਈ ਵਾਅਦੇ ਕਰ ਰਿਹਾ, ਇਨਕਲੂਡਿੰਗ ਉਹਦੇ ਚ ਅਕਾਲੀ ਬਸਪਾ ਗੱਠਜੋੜ ਵੀ ਹੈ ਕਿ ਸਾਡੀ ਸਰਕਾਰ ਆਉਂਦੀ ਹੈ ਅਸੀਂ ਆਹ ਦੇਵਾਂਗੇ ਉਹ ਦੇਵਾਂਗੇ, ਫ੍ਰੀ ਬੀਜ਼ ਜਿਹਨੂੰ ਕਹਿ ਦਿੰਦੇ ਆ ਕਿ ਮੁਫਤ ਸਹੂਲਤਾਂ। ਸੋ ਤੁਸੀਂ ਆਪਣੀ ਪਾਰਟੀ ਵੱਲੋਂ ਉਸ ਚੀਜ਼ ਦੀ ਸਪੋਰਟ ਕਰਦੇ ਹੋ ਜਾਂ ਇਹ ਸੋਚਦੇ ਹੋ ਵੀ ਨਹੀਂ ਜੀ ਇੱਕ ਏਜੰਡਾ ਦੇਣਾ ਚਾਹੀਦਾ ਕਲੀਅਰ, ਜਿਹਦੇ ਨਾਲ ਆਪੇ ਲੋਕ ਆਪਣੀ ਜਿਹੜੀ ਵਿਵਸਾਇਕ ਹੈ ਉਹਨੂੰ ਵਧਾ ਸਕਣ? ਬਰਾੜ ਸਾਹਿਬ ਜੀ, ਸੰਸਾਰ ਪੱਧਰੀ ਹਕੂਮਤ ਚਲਾਉਣ ਦਾ ਇਹ ਸਿਧਾਂਤ ਹੈ, ਜਿਹੜੇ ਲੋਕ ਕਿਸੇ ਜਾਤੀ ਕਿਸੇ ਧਰਮ ਦੇ ਹੋਣ, ਜੇਕਰ ਉਹ ਆਰਥਿਕ ਤੌਰ ਤੇ ਬੜੇ ਨਿਗਾਰ ਵਾਲੇ ਹਾਲਾਤਾਂ 'ਚ ਰਹਿ ਰਹੇ ਤਾਂ ਉਹਨਾਂ ਨੂੰ ਸਮਾਜਿਕ ਸੁਰੱਖਿਆ ਮਿਲਣੀ ਚਾਹੀਦੀ ਆ, ਸੋਸ਼ਲ ਸਿਕਿਉਰਿਟੀ ਮਿਲਣੀ ਚਾਹੀਦੀ ਆ। ਇਹਨੂੰ ਅਸੀਂ ਮੁਫਤ ਸਹੂਲਤਾਂ ਨਹੀਂ ਕਹਿ ਸਕਦੇ, ਇਹਨੂੰ ਅਸੀਂ ਇੱਕ ਮੋਰਲ ਡਿਊਟੀ ਗਵਰਨਮੈਂਟ ਦੀ ਕਹਿ ਸਕਦੇ ਹਾਂ। ਲੇਕਿਨ ਅਸੀਂ ਜਿਹੜਾ ਉਹ ਮੋਰਲ ਡਿਊਟੀ ਦੇ ਵਿੱਚ ਅਸੀਂ ਜਿਹੜਾ 3 ਮੁੱਦੇ ਜਿਹੜੇ ਅਸੀਂ ਬਸਪਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਪਲਾਨ ਕੀਤੇ ਆ, ਉਹ ਸਿਹਤ, ਸਿੱਖਿਆ ਤੇ ਰੋਜ਼ਗਾਰ। ਸਿਹਤ ਦੇ ਮੁੱਦੇ ਦੇ ਉੱਤੇ ਅਸੀਂ 10 ਲੱਖ ਰੁਪਏ ਤੱਕ ਦਾ ਹਰ ਪੰਜਾਬੀ, ਹਰ ਸਿਟੀਜ਼ਨ ਦਾ ਇਲਾਜ ਕਰਾਉਣ ਦਾ ਇੱਕ ਉਹਨਾਂ ਨੂੰ ਬੀਮਾ ਇਹੋ ਜਿਹਾ ਕਰਕੇ ਦੇਵਾਂਗੇ। ਉਹ ਬੀਮੇ ਕਵਰ ਦੇ ਵਿੱਚ ਉਹ 10 ਲੱਖ ਤੱਕ ਦਾ ਇਲਾਜ। ਕੈਨੇਡਾ, ਅਮਰੀਕਾ, ਯੂਰਪ ਤੁਸੀਂ ਕੰਟਰੀਆਂ ਜਾਓ, ਜਦੋਂ ਸਿਟੀਜ਼ਨ ਉੱਥੋਂ ਦਾ ਹਸਪੀਟਲ 'ਚ ਭਰਤੀ ਹੋ ਗਿਆ, ਨੋਟ ਏ ਸਿੰਗਲ ਪੈਨੀ ਦੁੱਕੀ ਨਹੀਂ ਲੱਗਦੀ। ਇੱਥੇ ਕਿਉਂ ਲੱਗਦੀ ਆ? ਅਸੀਂ ਉਹ ਮਾਹੌਲ ਦੇਣਾ ਚਾਹੁੰਦੇ ਪੰਜਾਬ ਨੂੰ ਸਿਹਤ ਵੱਲੋਂ। ਔਰ ਇੱਕ ਪੀਜੀਆਈ ਆ, ਔਰ ਇੱਕ ਪੀਜੀਆਈ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਸਹਾਰਨਪੁਰ, ਦਿੱਲੀ, ਰਾਜਸਥਾਨ ਦੇ ਬੀਕਾਨੇਰ, ਇੰਨੀ ਆਬਾਦੀ ਦਾ ਇੱਕ ਪੀਜੀਆਈ ਵਜਨ ਚੱਲਦਾ। ਆਜ਼ਾਦੀ ਦੇ 74 ਸਾਲਾਂ 'ਚ ਇੱਕ ਪੀਜੀਆਈ ਹਕੂਮਤ ਨੇ ਕਿਹਾ ਦਿੱਤਾ। ਅਸੀਂ ਇਹ ਪ੍ਰੋਗਰਾਮ ਬਣਾਇਆ ਕਿ ਪੰਜਾਬ ਦੇ ਹਰ ਜ਼ਿਲ੍ਹਾ ਪੱਧਰੀ ਹੈੱਡਕੁਆਟਰਾਂ ਤੇ 500 ਬੈੱਡ ਦਾ ਮਲਟੀ ਸਪੈਸ਼ਲਿਟੀ ਹਸਪੀਟਲ ਅਸੀਂ ਨਿਰਮਾਣ ਕਰਕੇ ਦੇਵਾਂਗੇ। ਔਰ 90% ਕੇਸ ਪੰਜਾਬੀਆਂ ਦੇ ਉਹਦੇ ਜ਼ਿਲ੍ਹੇ ਦੇ ਬਾਰਡਰਾਂ 'ਚ ਠੀਕ ਕਰਾਂਗੇ। 10% ਪੀਜੀਆਈ, ਤਾਂ ਜੋ ਪੀਜੀਆਈ ਦਾ ਵਜਨ ਜਿੰਨੇ ਵੀ ਐਲਾਨ ਹੈ, ਮੈਂ ਓਵਰਆਲ ਸਿਹਤ ਵਾਲਾ ਇੱਦਾਂ ਹੀ ਅਸੀਂ ਸਿੱਖਿਆ ਵਾਲਾ ਕੀਤਾ ਕਿ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ, ਇੱਕ ਤਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬੜੇ ਤਰੀਕੇ ਨਾਲ ਲਾਗੂ ਕਰਾਂਗੇ, ਸਹੀ ਤਰੀਕੇ ਨਾਲ, ਜਿਹੜੀ ਇਹਨਾਂ ਨੇ ਕ੍ਰਸ਼ ਕਰ ਦਿੱਤੀ ਆ ਕਾਂਗਰਸ ਦੀ ਸਰਕਾਰ ਨੇ। ਤੁਸੀਂ ਕਹਿ ਰਹੇ ਸੀ ਨਾ ਚੰਨੀਵਾਲ ਕਿਉਂ ਨਹੀਂ ਡੈਂਟ ਪਾਉਂਦੇ ਆ? ਕਿਉਂਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਲਿਤਾਂ ਨੂੰ, ਐਸਸੀ ਨੂੰ, ਓਬੀਸੀ ਨੂੰ, ਮਾਈਨੋਰਟੀ ਕਮਿਊਨਿਟੀ, ਸਿੱਖ, ਮੁਸਲਿਮ ਔਰ ਬੁੱਧਿਸਟ, ਜੈਨੀ ਨੂੰ ਮਿਲ ਰਹੀ ਸੀ, ਇਹਨਾਂ ਨੇ ਕ੍ਰਸ਼ ਕਰ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਆਪਣੀਆਂ ਗਰੰਟੀਆਂ ਦੇ ਜ਼ਰੀਏ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਹੈ, ਜਾਂ ਉਹ ਕਹਿ ਰਹੇ ਆ ਵੀ ਇਹ ਤਾਂ ਝੂਠੇ ਵਾਅਦੇ ਕਰ ਰਹੇ ਆ, ਅਸੀਂ ਅਸਲ ਗਰੰਟੀ ਦੇ ਰਹੇ ਹਾਂ। ਬਰਾੜ ਸਾਹਿਬ, ਅਸੀਂ ਐਲਾਨ ਕੀਤਾ ਕਿ 2000 ਰੁਪਇਆ ਨੀਲੇ ਕਾਰਡ ਜਿਹੜੇ ਵੱਡੀ ਪੱਧਰ ਤੇ ਪੰਜਾਬ 'ਚ ਕੱਟੇ ਗਏ, ਪਹਿਲੀ ਗੱਲ ਤਾਂ ਵਿਦਿਨ 30 ਡੇਜ਼ ਉਹਨਾਂ ਨੂੰ ਮੁੜ ਕੇ ਬਣਾ ਦਾਂਗੇ। ਦੂਜਾ, ਅਸੀਂ ਜਿਹੜੀ ਲੇਡੀ ਨੀਲੇ ਕਾਰਡ ਦੇ ਵਿੱਚ ਔਰਤ ਮੁਖੀ ਆ, ਉਹਦੇ ਖਾਤੇ 'ਚ ਹਰ ਮਹੀਨੇ ਮਾਤਾ ਖੀਵੀ ਜੀ ਲੰਗਰ ਯੋਜਨਾ ਦੇ ਤਹਿਤ 2000 ਰੁਪਇਆ ਪਾਵਾਂਗੇ। ਹੁਣ ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਕਿ 1000 ਰੁਪਇਆ ਮੈਂ ਹਰ ਵਿਮਨ ਨੂੰ ਦੇਣਾ। ਉਹ ਕਹਿੰਦਾ ਮਾਂ ਨੂੰ ਮੈਂ ਇਸ ਕਰਕੇ ਦੇਣਾ, ਜਦੋਂ ਉਹਦੀ ਬੇਟੀ ਮਿਲਣਾ ਹੁੰਦੀ ਆ ਤੇ ਪੰਜਾਬ ਦੀ ਮਾਂ ਜਿਹੜੀ ਆ ਉਹ ਆਪਣੀ ਬੇਟੀ ਤੇ 10 ਰੁਪਏ ਨਹੀਂ ਰੱਖ ਸਕਦੀ, ਤੇ ਮੈਂ ਇਸ ਕਰਕੇ ਦੇਣਾ। ਉਹਨੂੰ ਪੁੱਛਣ ਵਾਲਾ ਹੋਵੇ, ਮਾਂ ਤਾਂ ਪੇਟੀ ਦਾ ਦਾਜ ਵੀ, ਜਦੋਂ ਕੁੜੀ ਵਿਆਹਣ ਜੋਗੀ ਹੁੰਦੀ, ਆਪਣੀ ਮਾਂ ਦਾ ਉਹ ਪੇਟੀ ਦਾ ਦਾਜ ਸਾਰਾ ਹੀ ਆਪਣੀ ਕੁੜੀ ਦੀ ਪੇਟੀ 'ਚ ਰੱਖ ਦਿੰਦੀ ਹੈ। ਔਰ ਮਾਂ ਜਦੋਂ ਮਰਨ ਲੱਗਦੀ ਆ, ਰਹਿੰਦੀ ਮੁੰਡਿਆਂ ਬਹੂਆਂ ਨਾਲ ਹੈ, ਤੇ ਮਰਨ ਲੱਗੀ ਕਹਿੰਦੀ ਹੁੰਦੀ ਮੇਰੀ ਪੇਟੀ ਮੇਰੀ ਕੁੜੀ ਨੂੰ ਦੇ ਦਿਓ। ਇਹ ਕੇਜਰੀਵਾਲ ਕਹੀ ਜਾਂਦਾ ਮੈਂ 1000 ਰੁਪਏ ਉਸ ਮਾਂ ਦੇ ਹੱਥ ਤੇ ਰੱਖਣਾ ਜਿਹਦੀ ਕਦੇ ਬੇਟੀ ਨੂੰ 10 ਰੁਪਏ ਨਹੀਂ ਦਿੱਤੇ। ਗੱਲ ਤਾਂ ਇੱਕੋ ਹੈ ਨਾ, ਤੁਸੀਂ 2000 ਕਹਿ ਰਹੇ ਹੋ, 1000 ਕਹਿ ਰਹੇ ਹੋ, ਹੁਣ ਉਹਦੇ ਵਿੱਚ ਗੱਲ ਘਮਾਉਂਦੇ ਰਹੋ, ਗੱਲ ਵੱਖਰੀ ਹੈ। ਫਰਕ ਹੈ ਸ਼ੁਕਲਾ ਸਾਹਿਬ। ਕਿਆ ਫਿਰ ਕੇਜਰੀਵਾਲ ਦਾ ਤਰੀਕਾ ਤਾਂ ਇਹ ਹੈ, ਬੀਬੀ ਪ੍ਰਨੀਤ ਕੌਰ ਦੇ ਵੀ ਖਾਤੇ 'ਚ ਵੀ 1000 ਰੁਪਏ ਜਾਊਗਾ, ਉਹ ਫਾਰਮ ਭਰਵਾ ਬੀਬੀ ਹਰਸਿਮਰਤ ਕੌਰ ਦੇ ਖਾਤੇ 'ਚ ਵੀ 1000 ਜਾਊਗਾ, ਫਿਰ ਤਾਂ ਅਨੀਤਾ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਭਾਜਪਾ ਦੇ, ਉਹਨਾਂ ਦੀ ਪਤਨੀ, ਉਹਨਾਂ ਦੇ ਖਾਤੇ 'ਚ ਵੀ ਜਾਊਗਾ। ਮਤਲਬ ਇਹ ਤਾਂ ਬੜਾ, ਜਿਹਨੂੰ ਲੋੜ ਹੈ ਉਹਨੂੰ ਜਾਣਾ ਚਾਹੀਦਾ। ਮੈਂ ਇੱਕ ਹੋਰ ਚੀਜ਼ ਤੁਹਾਡੇ ਤੋਂ ਜਾਣਨਾ ਚਾਹੁੰਦਾ, ਕਿਉਂਕਿ ਸੱਤਾ ਦੇ ਵਿੱਚ ਰਹੀ ਹੈ ਯੂਪੀ 'ਚ ਬੀਐਸਪੀ,
ਆਮ ਆਦਮੀ ਪਾਰਟੀ ਦਿੱਲੀ 'ਚ ਹੈ, ਉਹ ਦਿੱਲੀ ਮਾਡਲ ਦਾ ਬੜਾ ਪੰਜਾਬ 'ਚ ਜ਼ਿਕਰ ਕਰ ਰਹੇ ਹਾਂ। ਤੁਹਾਡੇ ਕੋਲ ਵੀ ਕੋਈ ਯੂਪੀ ਮਾਡਲ ਹੈ ਜਿਹੜਾ ਤੁਸੀਂ ਇੱਥੇ ਆ ਕੇ ਦੱਸੋ ਕਿ ਯੂਪੀ 'ਚ ਆ ਕੀਤਾ ਸੀ, ਅਸੀਂ ਪੰਜਾਬ 'ਚ ਵਾਈ ਕਰਾਂਗੇ? ਨਾਟ? ਪੰਜਾਬ ਦੇ ਵਿੱਚ ਤੁਸੀਂ ਕਹਿ ਰਹੇ ਸੀਗੇ ਕਿ ਸੀਐਮ ਚੰਨੀ ਵੱਲ ਦਲਤ ਕਿਉਂ ਨਹੀਂ ਅਟਰੈਕਟ ਹੋ ਰਿਹਾ? ਕਿਉਂਕਿ ਸੀਐਮ ਚੰਨੀ ਕੁਝ ਦੇ ਹੀ ਨਹੀਂ ਪਿਆ। ਐਲਾਨ ਜੀਤ ਲੋਕਾਂ ਨੇ ਪੰਜਾਬ ਦਿਆਂ ਨੇ ਨਾਂ ਰੱਖਤਾ, ਉਹ ਕਹਿੰਦੇ ਮੈਂ ਵਿਸ਼ਵਾਸ ਜੀਤ ਹਾਂ। ਔਰ ਲੋਕਾਂ ਦੇ ਇਹ ਲਿਖਿਆ ਕਿ ਵਿਸ਼ਵਾਸਘਾਤ ਜੀਤ। ਲੋਕਾਂ ਨੇ ਛੱਡੀਏ ਜੀ। ਕਾਂਗਰਸ ਦਾ ਸੂਬਾ ਪ੍ਰਧਾਨ ਕਹਿ ਰਿਹਾ ਲੋਲੀਪੌਪ, ਕਾਂਗਰਸ ਦਾ ਸੂਬਾ ਪ੍ਰਧਾਨ ਸ਼੍ਰੀ ਨਵਜੋਤ ਸਿੱਧੂ ਜੀ ਕਹਿ ਰਹੇ ਇਹ ਸ਼ਗੂਫੇ। ਮਤਲਬ ਬਸਪਾ ਨੇ ਤਾਂ ਇਹ ਐਲਾਨ ਕੀਤਾ ਸੀ ਪੰਜਾਬ ਦੇਸ਼ ਵਿੱਚ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ, ਬੇਜ਼ਮੀਨਿਆਂ 'ਚ ਵੰਡੀ ਜਾਣੀ, ਉਹ ਕਿਸੇ ਜਾਤੀ ਦਾ ਹੋਵੇ ਕਿਸੇ ਧਰਮ ਦਾ ਹੋਵੇ, ਉਹਦੇ ਤੇ ਸਰਮਾਏਦਾਰ ਕਬਜ਼ੇਦਾਰ ਨਹੀਂ ਹੋਣ ਦੇਣੇ। ਯੂਪੀ 'ਚ ਵੰਡ ਕੇ ਦਿਖਾ ਲਿਆ। 80-90 ਦਿਨਾਂ 'ਚ ਅਸੀਂ 11 ਲੱਖ ਕਿੱਲਾ ਜ਼ਮੀਨ ਦਾ ਵੰਡਤਾ ਸੀ। ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ 60 ਨੰਬਰਾਂ ਦਾ ਐਲਾਨ ਪੱਤਰ ਜਾਰੀ ਕਰ ਰਹੇ ਆ। ਉਹਦੇ 'ਚ ਦੱਸ ਰਹੇ ਕਿ ਮੈਂ 55 ਪਿੰਡਾਂ ਦੇ ਵਿੱਚ 4800 ਬੰਦਿਆਂ ਨੂੰ ਮੈਂ ਰਜਿਸਟਰੀ ਦੇ ਸਕਿਆ, ਬਸ ਲਾਲ ਲਕੀਰ ਵਾਲੀ। ਕਿੱਥੇ 11 ਲੱਖ, ਕਿੱਥੇ 4855, ਉਹ ਵੀ 4-4 ਮਰਲੇ ਵਾਲੇ। ਔਰ ਦੂਸਰਾ ਯੂਪੀ ਦੇ ਵਿੱਚ ਤਾਂ OBC ਭਾਈਚਾਰੇ ਦੀ ਮੰਡਲ ਕਮਿਸ਼ਨ ਰਿਪੋਰਟ ਭੈਣ ਕੁਮਾਰੀ ਮਾਇਆਵਤੀ ਜੀ ਨੇ 24 ਘੰਟੇ 'ਚ ਲਾਗੂ ਕਰਤੀ ਸੀ। ਉਹ ਨੌਕਰੀਆਂ OBC ਭਾਈਚਾਰੇ ਨੂੰ ਮਿਲਣ, ਇਹ ਕਦੇ ਇਹ ਆਜ਼ਾਦੀ ਦੇ 74 ਸਾਲਾਂ 'ਚ ਪੰਜਾਬ ਦੇ ਕਾਂਗਰਸੀ ਕਦੇ ਬੋਲੇ ਨਹੀਂ OBC ਬਾਰੇ। ਚਲੋ ਅਸੀਂ ਅਖੀਰ ਤੇ ਆਪਣੇ ਕੋਲ 2-3 ਮਿੰਟ ਬਚੇ ਹੈ। ਬਹੁਜਨ ਸਮਾਜ ਪਾਰਟੀ ਇਸ ਵੇਲੇ ਡਿਪਟੀ CM ਦੇ ਵਾਅਦੇ ਤੋਂ ਸੈਟੀਸਫਾਈਡ ਹੈ ਵੀ ਸਾਨੂੰ ਡਿਪਟੀ CM ਦੀ ਕੁਰਸੀ ਮਿਲੇਗੀ? ਦੇਖੋ, ਬਹੁਜਨ ਸਮਾਜ ਪਾਰਟੀ ਨੇ ਕਦੇ ਵੀ ਡਿਪਟੀ ਚੀਫ ਮਿਨਿਸਟਰ ਦਾ ਅਹੁਦਾ ਨਹੀਂ ਮੰਗਿਆ। ਬਹੁਜਨ ਸਮਾਜ ਪਾਰਟੀ ਨੇ ਤਾਂ ਸੀਟਾਂ ਦੀ ਵੰਡ ਜਿਹੜੀ ਹੋਈ ਆ ਉਹੀ ਮੰਗੀ ਆ, ਔਰ MLA ਮੰਗੇ ਆ, ਲੜ ਰਹੇ ਆ, ਜਿੱਤਾਂਗੇ। ਡਿਪਟੀ CM ਸਰਕਾਰ 'ਚ ਜਾਣਾ ਨਹੀਂ ਜਾਣਾ, ਇਹ ਸਾਰੇ ਫੈਸਲੇ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਆ। ਅਸੀਂ ਤਾਂ ਬੜੇ ਛੋਟੇ ਜਿਹੇ ਵਰਕਰ ਹੈ ਜੀ ਪਾਰਟੀ ਦੇ। ਡਿਪਟੀ CM ਵੀ ਬਣ ਸਕਦੇ ਹੋ? ਨਹੀਂ, ਬੜੇ ਛੋਟੇ ਜਿਹੇ ਵਰਕਰ ਹੈ ਜੀ। ਤੁਸੀਂ ਮੰਨਣਾ ਨਹੀਂ? ਇਹ ਭੈਣ ਕੁਮਾਰੀ ਮਾਇਆਵਤੀ ਜੀ ਨਹੀਂ, ਕਿਉਂਕਿ ਅੱਜ ਕੱਲ ਚਰਚਾ ਬਹੁਤ ਹੈ ਨਾ ਗੜੀ ਸਾਹਿਬ, ਗੜੀ ਸਾਹਿਬ ਹਰ ਤੁਹਾਡੀ ਪਾਰਟੀ ਬਹੁਤ ਨੂੰ ਕਿਹਾ ਜਾਂਦਾ ਵੀ ਸਪਸ਼ਟ ਕਰੋ। ਆਮ ਆਦਮੀ ਪਾਰਟੀ ਤੋਂ ਤੁਸੀਂ ਵੀ ਬਿਆਨਾਂ 'ਚ ਪੁੱਛਦੇ ਹੋਵੋਗੇ ਵੀ ਤੁਹਾਡਾ CM ਚਿਹਰਾ ਦੱਸੋ ਜੀ ਕੌਣ ਹੈ? ਮੈਨੂੰ ਯਾਦ ਹੈ ਕਿ ਜਦੋਂ 2001 ਦੇ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਨੇ ਸੀਰੀ ਮਾਰਚ ਸਾਈਕਲ ਯਾਤਰਾ ਕੱਢੀ, ਮੈਂ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਲ, ਉਦੋਂ ਮੇਰੀ ਉਮਰ 20 ਸਾਲ ਦੀ ਸੀ, ਤੇ ਮੈਂ ਸਾਹਿਬ ਦੇ ਨਾਲ ਚੰਡੀਗੜ੍ਹ ਮਟਕਾ ਚੌਂਕ ਤੱਕ ਆਇਆ। ਔਰ ਮੈਂ ਉਦੋਂ ਦਾ ਹੀ ਮਨ 'ਚ ਲਿਖਿਆ ਆ ਕਿ ਮੈਂ ਤਾਂ ਵਰਕਰਾਂ 'ਚ ਵੀ ਲਿਖਦਾ ਹੁੰਦਾ IM ਸਮਾਲ ਵਰਕਰ। ਮੈਂ ਤਾਂ ਵਰਕਰਾਂ 'ਚ ਵੀ ਸਮਾਲ ਹੈ, ਇਹ ਵੀ ਸਟਾਈਲ ਹੈ। ਇਸ ਕਰਕੇ ਨਹੀਂ, ਮੈਂ ਪਿਛਲੇ 20 ਸਾਲ ਤੋਂ ਮੇਰਾ ਕੇਡਰ ਦਾ ਬੱਚਾ ਦੇਖੋ, ਮੁੱਖ ਮੰਤਰੀ ਕਹਿੰਦੇ ਨਾ ਕਿ ਮੈਂ ਮੰਜੇ ਬੁਣ ਲੈਣਾ, ਮੈਂ ਟੈਂਟ ਵੀ ਲਾਏ ਨੇ, ਮੈਂ ਰਿਕਸ਼ਾ ਵੀ ਚਲਾਇਆ ਹੈ, ਮੈਨੂੰ ਸਾਰੇ ਕੰਮ ਆਉਂਦੇ ਨੇ। ਇੱਕ ਆਮ ਸ਼ਖਸ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ ਨਾ ਪੋਲੀਟੀਕਲ ਪਾਰਟੀਆਂ ਦੇ। ਉਹਨਾਂ ਦੀ 60 ਸਾਲ ਦੀ ਸ਼ੁਕਲਾ ਜੀ ਉਮਰ ਹੈ, 58-60 ਸਾਲ ਦੀ ਜੀ। 58-60 ਸਾਲ ਦਾ ਮਤਲਬ ਹੈ 1964 ਦੇ ਲਗਭਗ, 60 ਦੇ ਲਗਭਗ ਉਹ ਪੈਦਾ ਹੋਏ। 1995 ਤੱਕ ਜਿਨ੍ਹਾਂ ਦਾ ਬਚਪਨ ਰਿਹਾ, ਉਹਨਾਂ ਨੇ ਪੰਜਾਬ ਦੇ ਘਰਾਂ 'ਚ ਮੰਜੇ ਬੁਣਦੇ ਵੀ ਦੇਖੇ ਆ, ਉਹਨਾਂ ਨੇ ਬਾਣ ਬੱਟ ਦਾ ਵੀ ਦੇਖਿਆ, ਉਹਨਾਂ ਨੇ ਤਾਣਾ ਤਣਦੇ ਦੜੀਆਂ ਕੁੰਬਲਾਂ ਵੀ ਬਣਦੀਆਂ ਦੇਖੀਆਂ ਗਰੀਬਾਂ ਦੇ ਘਰਾਂ 'ਚ, ਉਹਨਾਂ ਨੇ ਗੁੜ ਨੂੰ ਝੋਕਾ ਲੱਗਦਾ ਵੀ ਦੇਖਿਆ, ਬੱਤ ਵੀ ਚੈੱਕ ਕੀਤੀ ਆ, ਉਹਨਾਂ ਨੇ ਟੈਂਟ ਵੀ ਲਾਏ। ਸਾਰਾ ਹੀ ਲੇਬਰ ਕਲਾਸ ਸੀਗੀ। ਇਹ ਤਾਂ 1995 ਤੋਂ ਬਾਅਦ ਜਿਹੜੀ ਰੈਵੋਲੂਸ਼ਨ ਆ, ਜਿਹੜੀ LPG ਨੀਤੀਆਂ ਆਈਆਂ, ਥੋੜਾ ਜਿਹਾ ਮਾਹੌਲ ਚੇਂਜ ਹੋਇਆ। ਅਦਰਵਾਈਜ਼ ਅਸੀਂ ਸਾਰੇ ਹੀ ਜਾਣਦੇ ਆ। ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਕਹਿੰਦਾ ਮੈਨੂੰ ਤਾਣਾ ਬੜਾ ਚੰਗੀ ਤਰ੍ਹਾਂ ਬੁਣਨਾ ਆਉਂਦਾ। ਬਈ ਉਹਨੂੰ ਪਹਿਲਾਂ ਇਹ ਪੁੱਛਣਾ ਵੀ ਸ਼ਟਰ ਕਿਆ ਹੁੰਦਾ, ਕੁੰਬਲ ਕਿਆ ਹੁੰਦੀ ਆ, ਨਲੀਆਂ ਕਿਆ ਹੁੰਦੀਆਂ, ਚਰਖੇ ਦੀ ਮਾਲ ਕਿਆ ਹੁੰਦੀ ਆ, ਤੱਕੜਾ ਕਿਆ ਹੁੰਦਾ, ਇਹ ਗੱਲਾਂ ਤਾਂ ਗੜੀ ਜਾਣਦਾ। ਚੰਨੀ ਸਾਹਿਬ ਨੂੰ ਪੁੱਛ ਰਹੇ ਹੋ ਤੁਸੀਂ? ਮੈਂ ਕਹਿੰਦਾ ਜੀ ਤੁਸੀਂ ਆਪਣੇ ਮਾਧਿਅਮ ਤੋਂ ਪੁੱਛੋ ਜੀ, ਤੁਹਾਡੀ ਇਹ ਗੱਲਾਂ ਗੜੀ ਜਾਣਦਾ ਹੋਏਗੀ। ਨਿਊਜ਼ ਨੇ ਬਹੁਤ ਦੇਖਦੇ ਚਲਾਂਗੇ ਅਸੀਂ ਨਿਊਜ਼ ਨੇ ਬਹੁਤ ਦੇਖਦੇ, ਪਰ ਇਹਨਾਂ ਚੀਜ਼ਾਂ ਨੂੰ ਬੜੀ ਮੈਂ ਬੇਚੀ ਨਾਲ ਪੁੱਛਣਾ ਫੋਲੋ ਚਾਹਣਾ, ਕਰਦੇ। ਮੈਂ ਮੁੱਖ ਮੰਤਰੀ ਸਾਹਿਬ ਦੱਸਿਓ ਬਈ ਤੱਕੜਾ ਕਿਆ ਹੁੰਦਾ। ਤੁਸੀਂ ਕਹਿੰਦੇ ਮੈਂ ਤਾਣਾ ਬੜਾ ਤੋੜਨਾ ਬੁਣਨਾ ਆਉਂਦਾ, ਮੈਨੂੰ ਦੱਸਿਓ ਮਰੋੜੀ ਕਿੱਦਾਂ ਲਾਈ ਦੀ ਆ। ਜਦੋਂ ਆਪਾਂ ਤਾਣਾ ਤਣੀ ਦਾ ਤਾਂ ਮਰੋੜੀ ਕਿਹੜੀ ਲਾਈ ਦੀ ਆ, ਤੱਕੜਾ ਕਿਆ ਹੁੰਦਾ, ਸ਼ਟਰ ਕਿਆ ਹੁੰਦਾ, ਮਾਲ ਕਿਆ ਹੁੰਦਾ, ਚਰਖਾ ਤੁਹਾਨੂੰ ਪਤਾ ਮੰਨ ਲਿਆ। ਇਸ ਕਰਕੇ ਮੁੱਖ ਮੰਤਰੀ ਸਾਹਿਬ ਬੜਾ ਜਿਹੜਾ। ਚਲੋ ਇੱਕ ਛੋਟਾ ਜਿਹਾ ਆਖਰੀ ਸਵਾਲ ਹੈ। BSP ਦਾ ਫੋਕਸ ਬਹੁਤ ਕਲੀਅਰ ਹੈ ਕਿ SC ਭਾਈਚਾਰਾ, ਦਲਿਤ ਵੋਟ ਬੈਂਕ, ਕਿਉਂਕਿ ਹੁਣ ਹਰ ਹਲਕੇ ਦੇ ਵਿੱਚ ਸਾਰੇ ਵਰਗ ਹੁੰਦੇ ਨੇ, ਬਾਕੀ ਵਰਗ ਕਿਵੇਂ ਤੁਸੀਂ ਆਪਣੇ ਨਾਲ ਲੈ ਕੇ ਆਓ? BSP ਦਾ ਸ਼ੁਕਲਾ ਜੀ ਥੋੜਾ ਜਿਹਾ ਵਾਧਾ ਕਰਨਾ, ਤੁਸੀਂ ਬਹੁਤ ਪਿੱਛੇ ਰਹਿ ਗਏ, ਸਿਰਫ 15% ਦੇਸ਼ ਦੀ ਆਬਾਦੀ ਤੱਕ। ਬਹੁਜਨ ਸਮਾਜ ਦਾ ਮਤ ਸਾਹਿਬ ਕਾਂਸ਼ੀ ਰਾਮ ਨੇ ਦਿੱਤਾ, ਬਹੁਜਨ ਸਮਾਜ ਦਾ ਕੰਸੈਪਟ 15% SC ਆ, 7.5% ST ਆ, 16 2011 ਦੇ ਹਿਸਾਬ ਨਾਲ 25%, 52% OBC ਆ, 14% ਮੁਸਲਮਾਨ ਹੈ, 1.80 ਸਿੱਖ ਹੈ, 2.30 ਈਸਾਈ ਆ, ਔਰ ਅਸੀਂ ਇਹ ਮਿਲ ਜੁਲ ਕੇ ਜਿਹੜਾ 85% ਤੋਂ ਉੱਤੇ ਸਾਹਿਬ ਕਾਂਸ਼ੀ ਰਾਮ ਨੇ ਕੰਸੈਪਟ ਦਿੱਤਾ ਸੀ ਬਹੁਜਨ ਸਮਾਜ ਦਾ, ਅਸੀਂ ਉਹਨਾਂ ਦੀ ਨੁਮਾਇੰਦਗੀ ਕਰਦੇ। ਪਰ ਭੈਣ ਕੁਮਾਰੀ ਮਾਇਆਵਤੀ ਜੀ ਨੇ ਕਿਹਾ ਜਦੋਂ ਅਸੀਂ ਸੱਤਾ 'ਚ ਆ ਗਏ, ਅੱਜ ਅਸੀਂ ਬਹੁਜਨ ਸਮਾਜ ਦੀ ਨਹੀਂ, ਅੱਜ ਅਸੀਂ ਸਰਵ ਸਮਾਜ ਦੀ ਨੁਮਾਇੰਦਗੀ ਕਰਦੇ ਹਾਂ। ਸਾਰੀਆਂ ਜਾਤਾਂ, ਸਾਰੇ ਧਰਮ ਸਾਡੇ ਆ, ਔਰ ਉਹਦੀ ਉਦਾਹਰਣ ਹੈ ਅਸੀਂ ਦਸੂਏ ਤੋਂ ਬ੍ਰਾਹਮਣ, ਸਿੱਖ, ਰਾਜਪੂਤ, ਲਵਾਣਾ, ਮਹਾਸ਼ਾ, ਵਾਲਮੀਕੀ, ਹਰ ਬਰਾਦਰੀ ਦਾ ਟਿਕਟ ਦੇ ਰਹੇ ਆ ਜੀ।
ਠੀਕ ਹੈ ਧੰਨਵਾਦ ਗੜੀ ਸਾਹਿਬ, ਤੁਸੀਂ ਸਮਾਂ ਕੱਢਿਆ ਸਾਡੇ ਨਾਲ ਗੱਲਬਾਤ ਕੀਤੀ। ਤਾਂ ਏਜੰਡਾ ਪੰਜਾਬ ਦੇ ਵਿੱਚ ਲਗਾਤਾਰ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਵੱਖ-ਵੱਖ ਸਿਆਸੀ ਨੇਤਾਵਾਂ ਨੂੰ ਇਸ ਮੰਚ ਤੇ ਬੁਲਾ ਕੇ ਉਹਨਾਂ ਤੋਂ ਆਉਣ ਵਾਲੇ ਦਿਨਾਂ ਦਾ ਏਜੰਡਾ ਜਾਣਦੇ ਰਹੀਏ। ਲਗਾਤਾਰ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ। ਛੋਟਾ ਜਿਹਾ ਬ੍ਰੇਕ।